ਫਰਾਡੀਏ ਬੰਦੇ ਕੋਲੋਂ ਤੁਸੀਂ ਜਿਤਨਾ ਮਰਜ਼ੀ ਬਚ ਲਵੋ, ਉਹਨੇ ਅਗਰ ਦਾ ਲਾਣਾ ਤਾਂ ਉਹ ਆਪਣੇ ਤਰੀਕੇ ਨਾਲ ਤੁਹਾਨੂੰ ਸ਼ੀਸ਼ੇ 'ਚ ਲਾ ਹੀ ਲੈਂਦਾ। ਜਵਾਨ ਕਹਿੰਦਾ ਮੈਂ ਪਾਕਿਸਤਾਨ ਛੁੱਟੀ ਗਿਆ ਤੇ ਮੈਂ ਮੋਟਰਸਾਈਕਲ ਤੇ ਬਾਜ਼ਾਰ ਪਿਆ ਜਾਂਦਾ ਸਾਂ ਤੇ ਮੈਨੂੰ ਸ਼ੱਕ ਪਿਆ ਕਿ ਇਹ ਮੇਰਾ ਕਲਾਸ ਫੈਲੋ ਹੈ। ਕਹਿੰਦਾ ਮੈਂ ਮੋਟਰਸਾਈਕਲ ਰੋਕਿਆ, ਥੋੜਾ ਜਿਹਾ ਮੈਨੂੰ ਕ੍ਰਾਸ ਕਰ ਗਏ ਅਸੀਂ। ਕਹਿੰਦਾ ਮੈਂ ਉਹਨੂੰ ਆਵਾਜ਼ ਮਾਰੀ ਤੇ ਮੁੜ ਕੇ ਪਿੱਛੇ ਆਇਆ ਤੇ ਮੇਰੇ ਵੱਲ ਬੜੇ ਗੌਰ ਨਾਲ ਤੱਕਣ ਲੱਗ ਪਿਆ। ਕਹਿੰਦਾ ਮੈਂ ਉਹਨੂੰ ਆਖਿਆ ਤੂੰ ਮੈਨੂੰ ਪਛਾਣਿਆ ਨਹੀਂ ਹੈ? ਨਹੀਂ ਭਾਈ ਜੀ ਮੈਂ ਤਾਂ ਨਹੀਂ ਤੁਹਾਨੂੰ ਪਛਾਣਿਆ। ਮੈਂ ਦੱਸਿਆ ਕਿ ਇਸ ਤਰ੍ਹਾਂ ਮੈਂ ਤੇਰਾ ਕਲਾਸ ਫੈਲੋ ਆ, ਇਹ ਮੇਰਾ ਨਾਂ ਹੈ। ਕਹਿੰਦਾ ਅੱਛਾ ਅੱਛਾ। ਕਹਿੰਦਾ ਫੁੱਟਵਰਡ ਮੈਨੂੰ ਜਿਹੜਾ ਨਾ ਗਲੇ ਮਿਲਿਆ। ਮੈਂ ਉਹਨੂੰ ਆਖਿਆ ਕਿ ਤੂੰ ਕੀ ਆਪਣੀ ਹਾਲਤ ਬਣਾਈ ਹੈ, ਫੱਟੇ ਤੂੰ ਕੱਪੜੇ ਪਾਏ ਨੇ, ਟੁੱਟੀਆਂ ਤੂੰ ਚੱਪਲਾਂ ਪਾਈਆਂ ਨੇ। ਕਹਿੰਦਾ ਭਾਈ ਕੀ ਦਸੀਏ, ਪਾਕਿਸਤਾਨ ਬੰਦਿਆਂ ਦੇ ਹਾਲਾਤ ਇਸ ਤਰ੍ਹਾਂ ਹੀ ਨੇ, ਕਦੇ ਰੋਟੀ ਖਾ ਲਈ ਕਦੇ ਨਾ ਖਾਦੀ। ਕਹਿੰਦਾ ਮੇਰੀ ਕਦੇ ਦਿਹਾੜ ਲੱਗਦੀ ਹੈ ਕਦੇ ਨਹੀਂ ਲੱਗਦੀ। ਮੇਰੇ 3 ਬੱਚੇ ਨੇ, ਸ਼ਾਮੀ ਕਦੇ ਉਹਨਾਂ ਨੂੰ ਰੋਟੀ ਨਹੀਂ ਵੀ ਖਵਾ ਲਈ ਤੇ ਪੂਰੀ ਰਾਤ ਰੋਂਦਿਆਂ ਰਵੀਦਾ ਕਿ ਅੱਲਾ ਸਾਡੀ ਵੀ ਤੇ ਕਦੇ ਸੁਣੇਗਾ। ਕਹਿੰਦਾ ਮੈਂ ਉਹਨੂੰ ਆਖਿਆ ਕਿ ਯਾਰ ਤੂੰ ਕਿਸੇ ਕੋਲੋਂ ਮੇਰਾ ਨੰਬਰ ਲੈ ਕੇ ਰਾਬਤਾ ਕਰਨਾ ਸੀ, ਮੈਂ ਮਹੀਨੇ ਦੇ ਮਹੀਨੇ ਤੈਨੂੰ ਕਮ ਸੇ ਕਮ ਖਰਚਾ ਤੇ ਟੋਰ ਹੀ ਸਕਦਾ। ਉਹਨੇ ਆਖਿਆ ਭਾਈ ਗੱਲ ਸੁਣੋ, ਕਿੰਨੀ ਕੁ ਦੇਰ ਕਿਸੇ ਕੋਲ ਮੰਗ ਕੇ ਖਾਂਗੇ, ਇਹਦੇ ਤੋਂ ਬਿਹਤਰ ਆਪਣੀ ਜਿਹੜੀ ਦਿਹਾੜ ਲਾਈ ਦੀ ਹੈ ਤੇ ਆਸਤਾ ਆਸਤਾ ਬੱਚੇ ਵੀ ਆਦੀ ਹੋ ਜਾਣਗੇ। ਕਹਿੰਦਾ ਮੈਨੂੰ ਉਹਦੀ ਗੱਲ ਬੜੀ ਚੰਗੀ ਲੱਗੀ। ਅਗੂ ਮੈਂ ਉਹਨੂੰ ਆਖਿਆ ਤੂੰ ਕਮ ਸੇ ਕਮ ਕੋਈ ਫਰੂਟ ਵਾਲੀ ਰੇਹੜੀ ਲਾ ਲੈ। ਭਾਈ ਫਰੂਟ ਵਾਲੀ ਰੇਹੜੀ ਪੂਰਾ ਮਹੀਨਾ ਮੈਂ ਲਾਈ ਰੱਖੀ ਆ, ਸਾਰਾ ਮੇਰਾ ਫਰੂਟ ਜਿਹੜਾ ਉਹ ਨੁਕਸਾਨ ਹੋਇਆ ਕਿਉਂਕਿ ਵਿਕਦਾ ਤੇ ਹੈ ਹੀ ਕੋਈ ਨਹੀਂ ਸੀ, ਗਰਮੀ ਇਤਨੀ ਹੁੰਦੀ ਹੈ। ਕਹਿੰਦਾ ਮੈਂ ਆਖਿਆ ਚੱਲ ਇੰਝ ਕਰ ਕੋਈ ਛੋਟੀ ਮੋਟੀ ਦੁਕਾਨ ਧੱਕ ਲੈ, ਮੈਂ ਤੈਨੂੰ ਪੈਸੇ ਦੇਣਾ, ਤੂੰ ਦੁਕਾਨਦਾਰੀ ਕਰ ਲੈ। ਉਹਨੇ ਆਖਿਆ ਭਾਈ ਗੱਲ ਸੁਣੋ, ਮੈਂ ਤੁਹਾਡੇ ਪੈਸੇ ਜ਼ਾਇਆ ਨਹੀਂ ਕਰਨਾ ਚਾਹੁੰਦਾ, ਇੱਥੇ ਹਰ ਗਲੀ 'ਚ ਦੁਕਾਨ ਬਣੀ ਹੈ, ਨਾਲੇ ਦੁਕਾਨ ਦਾ ਅੱਗੂ ਮੈਨੂੰ ਕਿਰਾਇਆ ਦੇਣਾ ਪਵੇ, ਅੱਗੂ ਤੁਸੀਂ ਵੀ ਆਖਣਾ ਪਤਾ ਨਹੀਂ ਇਹ ਪੈਸੇ ਖਾ ਗਿਆ, ਇਸ ਤੋਂ ਬਿਹਤਰ ਹੈ ਮੈਂ ਜਿਹੜੀ ਦਿਹਾੜ ਲਾਣਾ ਉਹ ਹੀ ਮੇਰੇ ਵਾਸਤੇ ਠੀਕ ਹੈ। ਮੈਂ ਕਹਿੰਦਾ ਮੈਂ ਸੁਣ ਕੇ ਬੜਾ ਹੈਰਾਨ ਹੋਇਆ ਕਿ ਮੇਰੇ ਕੋਲ ਇਹ ਪੈਸੇ ਨਹੀਂ ਲੈਣਾ ਚਾਹੁੰਦਾ। ਮੈਂ ਉਹਨੂੰ ਕਹਿੰਦਾ ਫੁੱਟਵਰ ਜਿਹੜਾ ਜੇਬ 'ਚ ਰੁਪਈਆ 20,000 ਕੱਢ ਕੇ ਦਿੱਤਾ, ਪਹਿਲਾਂ ਤੇ ਉਹ ਲੈਂਦਾ ਹੀ ਕੋਈ ਨਹੀਂ ਸੀ, ਲੇਕਿਨ ਮੈਂ ਉਹਨੂੰ ਆਖਿਆ ਫੜ ਤੇ ਬਾਅਦ ਤੇਰੇ ਬਾਰੇ 'ਚ ਕੁਝ ਸੋਚਨੇ ਆ। ਕਹਿੰਦਾ ਉਹਨੂੰ ਮੈਂ 20,000 ਦਿੱਤਾ ਤੇ ਮੈਂ ਉੱਥੋਂ ਮੋਟਰਸਾਈਕਲ ਲੈ ਕੇ ਨਿਕਲ ਆਇਆ। ਕਹਿੰਦਾ ਮੈਂ ਆਇਆ ਸਾਂ ਪਾਕਿਸਤਾਨ ਜਿਹੜਾ ਪ੍ਰਾਪਰਟੀ ਲੈਣ ਵਾਸਤੇ, ਕਿਉਂਕਿ ਮੇਰਾ ਦਿਲ ਸੀ ਕਿ 1-2 ਪਲਾਟ ਲੈ ਲਾਂ ਤੇ ਅਗਲੇ ਸਾਲ ਜਿਹੜਾ ਉਹਨਾਂ ਤੇ ਮਕਾਨ ਬਣਾਵਾਂਗਾ। ਕਹਿੰਦਾ ਮੈਂ ਪ੍ਰਾਪਰਟੀ ਡੀਲਰ ਕੋ ਗਿਆ, ਅੱਗੇ ਵੀ ਮੇਰਾ ਉਹਦੇ ਨਾਲ ਰਾਬਤਾ ਹੋਇਆ ਸੀ। ਕਹਿੰਦਾ ਉਹਦੇ ਕੋਲ ਜਾ ਕੇ ਬੈਠਾ, ਬੜਾ ਸੋਹਣਾ ਉਹਦਾ ਦਫ਼ਤਰ, ਏਸੀ ਸ਼ੇਸੀ ਲੱਗੇ ਆ, ਸੋਹਣੇ ਉਹਨੇ ਕੱਪੜੇ ਪਾਏ ਤੇ ਗੱਡੀ ਦੀ ਚਾਬੀ ਸਾਹਮਣੇ ਖਲਾਈ। ਕਹਿੰਦਾ ਇੱਕ ਬੰਦਾ ਆ ਰਿਹਾ ਤੇ ਇੱਕ ਜਾ ਰਿਹਾ। ਕਹਿੰਦਾ ਮੈਂ ਸੋਚਿਆ ਕਿ ਪਾਕਿਸਤਾਨ ਵਾਲੇ ਬੰਦੇ ਤੇ ਸਾਡੇ ਨਾਲ ਜ਼ਿਆਦਾ ਠਾਠ ਵਿੱਚ ਨੇ। ਕਹਿੰਦਾ ਜਾ ਕੇ ਮੈਂ ਬੈਠਾ ਤੇ ਉਹਨੇ ਚਾਹ ਮੰਗਾਈ ਮੇਰੇ ਵਾਸਤੇ। ਕਹਿੰਦਾ ਬਹਿ ਕੇ ਗੱਪਸ਼ਪ ਹੋਣ ਲੱਗ ਪਈ। ਕਹਿੰਦਾ ਮੈਂ ਕਿਹਾ ਤੁਹਾਨੂੰ ਦਾ ਦੱਸਿਆ ਸੀ ਕਿ ਮੈਂ ਇਸ ਤਰ੍ਹਾਂ ਪਲਾਟ ਲੈਣਾ ਚਾਹੁੰਦਾ। ਕਿ ਭਾਈ ਪਲਾਟ ਤੇ ਰੱਜ ਨੇ, ਦੱਸੋ ਕਿਸ ਤਰ੍ਹਾਂ ਦਾ ਪਲਾਟ ਲੈਣਾ ਚਾਹੁੰਦੇ ਹੋ, ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਅਗਰ ਪਾਕਿਸਤਾਨ ਨੂੰ ਤੁਸੀਂ ਪਲਾਟ ਲੈ ਕੇ ਛੱਡ ਦਿਓਗੇ ਨਾ, ਅਗਲੇ ਸਾਲ ਤੁਸੀਂ ਆਵੋਗੇ ਤੇ ਉਹ ਡਬਲ ਹੋਏ ਹੋਣਗੇ। ਮੈਂ ਤੁਹਾਨੂੰ ਆਖਾਂ ਅਗਰ ਪੈਸੇ ਹੈ ਨੇ, ਗੁੰਜਾਇਸ਼ ਹੈ ਤੇ 2-3 ਪਲਾਟ ਲੈ ਕੇ ਛੱਡ ਦਿਓ। ਕਹਿੰਦਾ ਮੈਂ ਕਿਹਾ ਅੱਛਾ ਚਲੋ ਦੇਖਦੇ ਹਾਂ, ਕੋਈ ਪਲਾਟ ਅੱਛਾ ਜਿਹਾ ਮੈਨੂੰ ਦਿਖਾਓ ਤੇ ਸਹੀ। ਉਹਨੇ ਕਿਹਾ ਬਿਲਕੁਲ ਭਾਈ ਤੁਹਾਨੂੰ ਦਿਖਾ ਦਿਆਂਗੇ। ਕਹਿੰਦਾ ਉਹਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਹ ਕਹਿੰਦਾ ਭਾਈ ਸੁਬਾਹ ਤੁਸੀਂ ਆ ਜਾਓ। ਕਹਿੰਦਾ ਮੈਂ ਸ਼ਾਮੀ ਜਿਸ ਵੇਲੇ ਘਰ ਆਇਆ ਨਾ ਤੇ ਉਹ ਪ੍ਰਾਪਰਟੀ ਡੀਲਰ ਜਿਹੜਾ ਮੇਰੇ ਦਿਮਾਗ 'ਚ ਉਹ ਫਿਰ ਰਿਹਾ ਸੀ ਕਿ ਇਸ ਤਰ੍ਹਾਂ ਠਾਠ ਨਾਲ ਉਹ ਰਹਿ ਰਿਹਾ। ਕਹਿੰਦਾ ਮੈਂ ਜਿਵੇਂ ਸੁਬਾਹ ਉਹਦੇ ਕੋਲ ਗਿਆ, ਉਹਨੇ ਪਲਾਟ ਵਗੈਰਾ ਮੈਨੂੰ ਸਾਰੇ ਤਕਾਏ। ਕਹਿੰਦਾ ਤੱਕ ਕੇ ਨਾ ਮੈਨੂੰ ਕਹਿੰਦਾ ਭਾਈ ਇਹ ਪਲਾਟ ਇੰਨੇ ਦਾ, ਇਹ ਪਲਾਟ ਇੰਨੇ ਦਾ, ਅਗਲੀ ਵਾਰੀ ਤੁਸੀਂ ਆਵੋਗੇ ਨਾ ਤੇ ਡਬਲ ਵੀ ਵੇਚੋਗੇ ਤਾਂ ਵੀ ਵਿਕ ਜਾਏਗਾ। ਕਹਿੰਦਾ ਮੈਂ ਉਹਦੀ ਸਾਰੀ ਗੱਲ ਸੁਣ ਲਈ। ਕਹਿੰਦਾ ਮੈਂ ਦਿਮਾਗ 'ਚ ਇੱਕ ਗੱਲ ਆਈ, ਕਹਿੰਦਾ ਮੈਂ ਕਿਉਂ ਨਾ ਆਪਣੇ ਯਾਰ ਦੋਸਤ ਨੂੰ ਕੋਈ ਪਲਾਟ ਲੈ ਕੇ ਦਿਆਂ, ਉਹਨੂੰ ਆਖਾਂ ਕਿ ਤੂੰ ਵੇਚ ਲੈ। ਕਹਿੰਦਾ ਮੈਂ ਉਹਦੇ ਨਾਲ ਜਾ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਮੇਰਾ ਦਿਲ ਹੈ ਕਿ 4-5 ਪਲਾਟ ਲਵਾਂ ਤੇ ਉਹਨਾਂ ਨੂੰ ਤੂੰ ਵੇਚ। ਉਹਨੇ ਆਖਿਆ ਭਾਈ ਇਹ ਕੰਮ ਬੜਾ ਮੁਸ਼ਕਿਲ ਹੈ, ਮੈਂ ਕੋਈ ਦਿਹਾੜ ਵੀ ਲਾਣੀ ਹੁੰਦੀ ਹੈ, ਮੈਂ ਵੀ ਤੁਹਾਡੇ ਨਾਲ ਕੋਈ ਵਾਅਦਾ ਕਰ। ਉਹਨੇ ਆਖਿਆ ਯਾਰ ਗੱਲ ਸੁਣ, ਜਿਹੜੀ ਤੂੰ ਦਿਹਾੜ ਲਾਣੇ ਨਾ ਉਹ ਪੈਸੇ ਮਹੀਨੇ ਦੇ ਮਹੀਨੇ ਤੇਰੇ ਘਰ ਲੱਭ ਜਾਣ ਕਰਨਗੇ। ਮੇਰਾ ਦਿਲ ਹੈ ਕਿ ਤੈਨੂੰ ਛੋਟਾ ਜਿਹਾ ਮੈਂ ਪ੍ਰਾਪਰਟੀ ਦਾ ਦਫ਼ਤਰ ਬਣਾ ਕੇ ਦਿਆਂ, ਕੋਈ 5-7 ਪਲਾਟ ਲੈ ਕੇ ਦਿਆਂ, ਤੂੰ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ। ਅੱਗੂ ਮੈਂ ਕਿਸੇ ਹੋਰ ਨਾਲ ਵੀ ਰਾਬਤਾ ਕਰਨਾ, ਚਲੋ ਕੋਈ ਕਿਰਾਏ ਤੇ ਮਕਾਨ ਸ਼ਾਨ ਜਿਹੜੇ ਨੇ ਉਹ ਲਾ ਦਿਆ ਕਰ, ਕਿਸੇ ਦੀ ਕੋਈ ਕੋਠੀ ਛੋਟੀ ਵਿਕਦੀ ਹੋਈ ਉਹ ਵਿਕਵਾ ਦਿਆ ਕਰ। ਉਹਨੇ ਆਖਿਆ ਭਾਈ ਅਗਰ ਤੁਸੀਂ ਮੇਰੇ ਘਰ ਖਰਚਾ ਦੇ ਦਿਓ ਤੇ ਬਾਕੀ ਤੁਸੀਂ ਟੈਨਸ਼ਨ ਨਾ ਲੈਣੀ, ਇਨਸ਼ਾਅੱਲਾ ਮੈਂ ਕੰਮ ਚਲਾ ਲਵਾਂਗਾ। ਕਹਿੰਦਾ ਮੈਂ ਕਿਹਾ ਠੀਕ ਹੈ ਕੋਈ ਨਹੀਂ ਮਸਲਾ। ਕਹਿੰਦਾ ਉਹਨੂੰ ਮੈਂ ਨਾਲ ਲਿਆ ਤੇ ਪ੍ਰਾਪਰਟੀ ਡੀਲਰ ਕੋਲ ਟੁਰ ਗਿਆ। ਕਹਿੰਦਾ ਉੱਥੇ ਜਾ ਕੇ ਬਹਿ ਗਏ, ਉਹਦੇ ਨਾਲ ਗੱਲ ਕੀਤੀ। ਉਹਨੇ ਕਿਹਾ ਜੀ ਭਾਈ ਉਹ ਜਿਹੜਾ ਤੁਹਾਨੂੰ ਮੈਂ ਪਲਾਟ ਦਿਖਾਇਆ ਸੀ ਨਾ ਉਹ ਇਤਨੇ ਦਾ ਤੇ ਜਿਹੜਾ ਮੈਂ ਤੁਹਾਨੂੰ ਮੁਨਾਸਬ ਕੀਮਤ ਕਰਾ ਦਿਆਂ। ਕਹਿੰਦਾ ਉਹਨੇ ਆਖਰੀ ਕੀਮਤ ਜੈਸੇ ਮੈਨੂੰ ਦੱਸੀ ਨਾ, ਕਹਿੰਦਾ ਇਹਨੇ ਮੈਨੂੰ ਜਿਹੜਾ ਨਾ ਟੋਕ ਰਾਈ ਕੇ ਸਬਰ ਕਰ ਜਾ, ਇਹਦੇ ਨਾਲ ਕੋਈ ਹਾਮੀ ਨਾ ਪਰੀ। ਕਹਿੰਦਾ ਮੈਨੂੰ ਬਾਹਰ ਲਿਆ ਕੇ ਨਾ ਕਹਿੰਦਾ ਭਾਈ ਸਬਰ ਕਰ ਜੋ, ਮੈਂ ਇਹ ਢੂੰਡਣਾ ਕਿ ਜਿਸ ਮਾਲਕ ਦੀ ਇਹ ਜਗ੍ਹਾ ਹੈ ਨਾ ਉਹਦੇ ਨਾਲ ਡਾਇਰੈਕਟ ਗੱਲ ਕਰਨੇ ਆ। ਕਹਿੰਦਾ ਮੈਂ ਕਿਹਾ ਠੀਕ ਹੈ ਤੂੰ ਅਗਰ ਇਸ ਤਰ੍ਹਾਂ ਕਰਨਾ ਤੇ ਕਰ ਲੈ। ਕਹਿੰਦਾ ਮੈਨੂੰ ਖੁਸ਼ੀ ਹੋਈ ਕਿ ਚਲੋ ਇਹਦਾ ਦਿਮਾਗ ਚੱਲਣ ਲੱਗਾ। ਕਹਿੰਦਾ ਉਹਨੇ 2-3 ਦਿਹਾੜੇ ਲਾਏ ਤੇ ਉਹਨੇ ਪਤਾ ਕਰ ਲਿਆ ਕਿ ਕਿਹਦੀ ਜਗ੍ਹਾ। ਕਹਿੰਦਾ ਅਸੀਂ ਸ਼ਾਮੀ ਉਹਦੇ ਘਰ ਟੁਰ ਗਏ, ਜਾ ਕੇ ਬੈਠੇ, ਉਹਦੇ ਕੋਲ ਕਿਸੇ ਜਗ੍ਹਾ ਦਾ ਰੇਟ ਪੁੱਛਿਆ। ਕਹਿੰਦਾ ਜਿਹੜੀ ਪ੍ਰਾਪਰਟੀ ਡੀਲਰ ਪਿਆ ਦੱਸਦਾ ਸੀ ਨਾ 3-4% ਜ਼ਿਆਦਾ ਪਿਆ ਦੱਸਦਾ ਸੀ। ਕਹਿੰਦਾ ਅਸੀਂ ਉਹਨੂੰ ਆਖਿਆ ਕਿ ਅਸੀਂ ਤੁਹਾਡੀ ਜਗ੍ਹਾ ਲੈਣੇ ਚਾਹੁੰਦੇ ਹਾਂ ਤੇ ਥੋੜ੍ਹੀ ਜਿਹੀ ਮੁਨਾਸਬ ਕਰੋ। ਕਹਿੰਦਾ ਉਹਨੇ ਹੋਰ ਮੁਨਾਸਬ ਕਰ ਦਿੱਤੀ। ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਕਿ ਬੈਠਿਆਂ ਬਿਠਾਇਆਂ ਇਹਨੇ ਇਤਨੀ ਪ੍ਰੋਫਿਟ ਕਰਾ ਦਿੱਤੀ ਹੈ। ਕਹਿੰਦਾ ਅੱਗੂ ਦੇ 6-7 ਪਲਾਟ ਸੀ। ਮੈਂ ਉਹਨੂੰ ਆਖਿਆ ਕਿ ਤੁਸੀਂ ਮੇਰੇ ਨਾਲ ਜਿਹੜਾ ਨਾ ਸਾਰੇ ਪਲਾਟਾਂ ਦਾ ਸੌਦਾ ਮਾਰੋ ਤੇ ਸਾਨੂੰ ਮੁਨਾਸਬ ਦੇ ਦਿਓ। ਉਹਨੇ ਆਖਿਆ ਜੀ ਠੀਕ ਹੈ, ਮੈਨੂੰ ਤੇ ਪੈਸੇ ਚਾਹੀਦੇ ਨੇ, ਤੁਸੀਂ ਪਲਾਟ ਸਾਰੇ ਲੈ ਲਓ। ਕਹਿੰਦਾ ਮੈਂ ਉਹਦੇ ਕੋਲ ਟਾਈਮ ਲਿਆ 8 ਮਹੀਨਿਆਂ ਦਾ। ਉਹਨੇ ਆਖਿਆ ਜੀ ਠੀਕ ਹੈ ਕੋਈ ਮਸਲਾ ਨਹੀਂ। ਕਹਿੰਦਾ ਕੋਈ ਪੈਸੇ ਉਹਨੂੰ ਮੈਂ ਦੇ ਦਿੱਤੇ।
ਕਹਿੰਦਾ ਅਗੂ ਮੈਂ ਯਾਰ ਦੋਸਤ ਨੂੰ ਆਖਿਆ ਕਿ ਤੇਰੇ ਵਾਸਤੇ ਹੁਣ ਛੋਟਾ ਜਿਹਾ ਦਫ਼ਤਰ ਬਣਾਉਂਦੇ ਆ, ਤੂੰ ਉੱਥੇ ਬਹਿ ਤੇ ਬਾਕੀ ਤੂੰ ਟੈਨਸ਼ਨ ਨਹੀਂ ਲੈਣੀ। ਕਹਿੰਦਾ ਦਫ਼ਤਰ ਇਸੇ ਦੇਖਿਆ, ਕਹਿੰਦਾ ਭਾਈ ਦੂਰ ਬੜਾ ਪੈ ਜਾਂਦਾ। ਕਹਿੰਦਾ ਮੈਂ ਕਿਹਾ ਇਹ ਵੀ ਤੂੰ ਪਰੇਸ਼ਾਨੀ ਛੱਡ ਦੇ, ਮੈਂ ਤੇਰੇ ਵਾਸਤੇ ਨਵਾਂ ਮੋਟਰਸਾਈਕਲ ਲੈਣਾ ਹੈ। ਕਹਿੰਦਾ ਨਵਾਂ ਮੋਟਰਸਾਈਕਲ ਉਹਨੂੰ ਮੈਂ ਲੈ ਕੇ ਦਿੱਤਾ, ਨਾਲ ਉਹਨੂੰ ਮੈਂ ਕਿਹਾ ਤੈਨੂੰ ਖਰਚਾ ਮਰਚਾ ਵੀ ਦਿਆਂਗਾ ਤੇ ਤੇਰੇ ਘਰ ਜਿਹੜਾ ਲਾਦਾ ਪੈਸੇ ਦਿਆਂਗਾ। ਕਹਿੰਦਾ ਕਰਦਿਆਂ ਕਰਾਉ ਨੇ ਜਿਹੜੇ ਮੈਨੂੰ ਪਲਾਟ ਦਵਾਏ ਨਾ, ਕਹਿੰਦਾ 8-9 ਪਲਾਟ ਹੋ ਗਏ ਸਾਡੇ। ਕਹਿੰਦਾ ਮੈਂ ਉਹਨੂੰ ਆਖਿਆ ਕਿ ਇਹ ਚੱਲ ਤੂੰ ਵੇਚ, ਆਸਤਾ ਆਸਤਾ ਜਿਸ ਤਰ੍ਹਾਂ ਵਿਕਦੇ ਥੋੜੀ ਜਿਹੀ ਵੀ ਪ੍ਰੋਫਿਟ ਹੋਈ ਤੇ ਮੈਨੂੰ ਕੋਈ ਟੈਨਸ਼ਨ ਨਹੀਂ, ਚਲੋ ਤੇਰੇ ਪੈਸੇ ਨਿਕਲਣੇ ਚਾਹੀਦੇ ਨੇ। ਉਹਨੇ ਕਿਹਾ ਚਲੋ ਭਾਈ ਮੈਂ ਕੋਸ਼ਿਸ਼ ਕਰਾਂ। ਕਹਿੰਦਾ 2-3 ਮਹੀਨੇ ਰਿਹਾ ਉੱਥੇ ਮੈਂ ਦਫ਼ਤਰ ਤੇ ਮੈਂ ਵੀ ਆਉਂਦਾ ਜਾਂਦਾ ਰਿਹਾ, ਜਗ੍ਹਾ ਸ਼ਗਾ ਅੱਗੇ ਪਿੱਛੇ ਜਾਂਦੇ ਰਹੇ ਦੇਖਣ। ਕਹਿੰਦਾ 1-2 ਬੰਦੇ ਨਾਲ ਮੈਂ ਇਹਦਾ ਰਾਬਤਾ ਵੀ ਕਰਾਇਆ ਕਿ ਚਲੋ ਕੋਈ ਕੋਠੀ ਛੋਟੀ ਵਿਕਣ ਵਾਲੀ ਹੋਵੇ ਤੇ ਚਲੋ ਇਹ ਵਿਕਵਾ ਦੇ। ਕਹਿੰਦਾ ਪਰ ਇਸ ਤਰ੍ਹਾਂ ਉਹਦਾ ਸਿਲਸਿਲਾ ਚੱਲਣ ਲੱਗ ਪਿਆ। ਕਹਿੰਦਾ ਮੈਂ ਤੇ ਟੁਰ ਗਿਆ ਵਾਪਸ, ਉਹ ਤੂੰ ਫੋਨ ਤੇ ਰਾਬਤਾ ਰਿਹਾ। ਕਹਿੰਦਾ ਕੋਈ ਮੈਨੂੰ ਫੋਨ ਕੀਤੀ ਉਸ, ਕਹਿੰਦਾ ਭਾਈ ਫਲਾਣਾ ਪਲਾਟ ਜਿਹੜਾ ਨਾ ਉਹ ਵਿਕਦਾ ਪਿਆ ਤੇ ਉਹ ਜਿਹੜਾ ਨਾ 7 ਲੱਖ ਰੁਪਈਆ ਸਾਨੂੰ ਪ੍ਰੋਫਿਟ ਪਿਆ ਦਿੰਦਾ। ਕਹਿੰਦਾ ਮੈਂ ਕਿਹਾ ਵੇਚਣ ਵਾਲੀ ਗੱਲ ਕਰ, ਹੋਰ ਕੀ ਦੇਖਣੇ ਪਿਆ, 7 ਲੱਖ ਰੁਪਈਆ ਤੂੰ ਰੱਖ ਲੈ, ਜਿਹੜੇ ਮੇਰੇ ਪੈਸੇ ਨੇ ਨਾ ਉਹ ਤੂੰ ਸੇਫ ਰੱਖ। ਉਹਨੇ ਕਿਹਾ ਭਾਈ ਠੀਕ ਹੈ। ਕਹਿੰਦਾ ਉਹ ਇੰਝ ਹੀ ਹੋਇਆ, ਉਹਨੇ ਪਲਾਟ ਵੇਚਿਆ 7 ਲੱਖ ਰੁਪਈਆ। ਜੈਸੇ ਉਹਨਾਂ ਨੇ ਘਰਦਿਆਂ ਨੂੰ ਲੱਭਾ ਤੇ ਉਹਨਾਂ ਮੈਨੂੰ ਫੋਨ ਕੀਤਾ, ਪੁੱਤਰ ਤੂੰ ਜ਼ਿਮੀਂਦਾਰ ਵੇਂ, ਤੂੰ ਤੇ ਸਾਨੂੰ ਦੁਨੀਆ ਤੇ ਲੈਂਦਾ, ਸਾਨੂੰ ਤੇ 1-1 ਰੁਪਈਆ ਨਹੀਂ ਸੀ ਲੱਭਦਾ ਪਿਆ। ਕਹਿੰਦਾ ਮੈਂ ਕਿਹਾ ਕੋਈ ਨਹੀਂ ਹਾਲਾ ਜੀ ਟੈਨਸ਼ਨ ਨਹੀਂ ਲੈਣੀ, ਇਨਸ਼ਾਅੱਲਾ ਅੱਗੂ ਤੁਸੀਂ ਜਿਹੜਾ ਨਾ ਹੋਰ ਤੁਹਾਡੇ ਕੋਲ ਪੈਸੇ ਆਉਂਦੇ ਜਾਣ। ਕਹਿੰਦਾ ਆਸਤਾ ਆਸਤਾ ਕਰ ਦਿਆਂਗੇ, ਕਿਸੇ 'ਚੋਂ 3 ਲੱਖ ਰੁਪਈਆ, ਕਿਸੇ 'ਚੋਂ 4 ਲੱਖ ਰੁਪਈਆ। ਕਹਿੰਦਾ ਉਹਨੇ ਜਿਹੜਾ ਨਾ ਸਾਰੇ ਪਲਾਟ ਜਿਹੜਾ ਉਹ ਵੇਚ ਦਿੱਤੇ। ਕਹਿੰਦਾ ਜਿਤਨੀ ਪ੍ਰੋਫਿਟ ਸੀ ਨਾ ਮੈਂ ਉਹਨੂੰ ਆਖਿਆ ਕਿ ਤੂੰ ਕੋਲ ਰੱਖ, ਹੁਣ ਹੋਰ ਕੋਈ ਜਗ੍ਹਾ ਦੇਖ। ਕਹਿੰਦਾ ਉਹਨੇ ਜਗ੍ਹਾ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਕਰਦਿਆਂ ਕਰਾਇਆ ਜਿਹੜਾ ਨਾ ਉਹਦੇ ਕੋਲ ਮੇਰੇ ਪੈਸੇ ਜਿਹੜੇ 12-13 ਕਰੋੜ ਰੁਪਈਆ ਜਿਹੜਾ ਨਾ ਉਹਦੇ ਕੋਲ ਸੇਫ ਹੋ ਗਿਆ ਸੀ। ਕਹਿੰਦਾ ਮੈਂ ਹੋਰ ਵੀ ਨਾਲ ਭੇਜਦਾ ਰਿਹਾ ਕਿ ਚਲੋ ਮਜ਼ੀਦ ਅੱਛੀ ਜਗ੍ਹਾ ਤੱਕ ਹੋਰ ਪਲਾਟ ਲੈ ਤਾਂ ਕਿ ਜਿਹੜਾ ਨਾ ਸਾਡਾ ਬਿਜ਼ਨਸ ਜਿਹੜਾ ਹੋਰ ਫੈਲੇ। ਕਹਿੰਦਾ ਉਹਨੇ ਜਿਹੜਾ ਅੱਗੇ ਪਿੱਛੇ ਚੰਗਾ ਫਲਾ ਲਿਆ ਸੀ ਬਿਜ਼ਨਸ। ਕਹਿੰਦਾ ਜਿਸਲੇ ਮੈਂ ਪਾਕਿਸਤਾਨ ਆਇਆ ਉਹਨੇ ਚੰਗੀ ਟੋਰ ਸ਼ੋਰ ਕੱਢੀ ਤੇ ਗੱਡੀ ਉਹਨੇ ਲਈ, ਸੋਹਣੇ ਜਿਹੜਾ ਕੱਪੜੇ ਪਾਏ। ਕਹਿੰਦਾ ਮੈਂ ਤਾਂ ਕਿ ਖੁਸ਼ ਹੋ ਗਿਆ। ਮੈਂ ਕਿਹਾ ਯਾਰ ਮੈਨੂੰ ਬੜੀ ਖੁਸ਼ੀ ਹੋਣੀ ਆ ਭਾਈ, ਇਹ ਸਾਰੀਆਂ ਤੁਹਾਡੀਆਂ ਮਿਹਰਬਾਨੀਆਂ ਨੇ। ਕਹਿੰਦਾ ਮੈਂ ਕਿਹਾ ਚਲੋ ਕੋਈ ਨਹੀਂ ਤੂੰ ਸੈੱਟ ਹੋ ਗਏ, ਮੈਂ ਵੀ ਇਹਦੇ 'ਚ ਖੁਸ਼ ਹਾਂ। ਬਹਰਹਾਲ ਕਹਿੰਦਾ ਇਸ ਤਰ੍ਹਾਂ ਕਰਕੇ ਸਿਲਸਿਲਾ ਚੱਲਣਾ, ਮੈਂ 2 ਮਹੀਨੇ ਰਿਹਾ, ਉਹਨੇ ਬੜੀ ਮੈਨੂੰ ਇੱਜ਼ਤ ਦਿੱਤੀ। ਕਹਿੰਦਾ ਮੈਂ ਹੋਰ ਪੈਸੇ ਮੰਗਾ ਕੇ ਨਾ ਇਤਨੀ ਕੁ ਮੈਨੂੰ ਜਗ੍ਹਾ 'ਚ ਦਿਲਚਸਪੀ ਹੋ ਗਈ ਸੀ, ਨਾਲੇ ਉਹ ਇਸ ਤਰ੍ਹਾਂ ਮੈਨੂੰ ਦੱਸਦਾ ਸੀ ਕਿ ਮੇਰਾ ਦਿਲ ਕਰਦਾ ਸੀ ਕਿ ਹੋਰ ਪੈਸੇ ਮੰਗਾ ਤੇ ਅਸੀਂ ਹੋਰ ਜਗ੍ਹਾ ਲਵੀਏ। ਬਹਰਹਾਲ ਕਹਿੰਦਾ ਮੈਂ ਉੱਥੋਂ ਰਹਿ ਕੇ ਤੇ ਵਾਪਸ ਆ ਗਿਆ। ਕਹਿੰਦਾ ਉਸ ਤੋਂ ਬਾਅਦ ਜਿਹੜਾ 12-13 ਕਰੋੜ ਰੁਪਈਆ ਉਹਦੇ ਕੋਲ ਹੋਇਆ ਸੀ ਨਾ, ਉਹਨੇ ਇੰਝ ਕੀਤਾ ਕਿ ਕਿਸੇ ਬੰਦੇ ਨਾਲ ਕੋਈ ਡੀਲ ਕੀਤੀ ਤੇ ਕਹਿੰਦਾ ਮੈਨੂੰ ਕਾਲ ਕਰਕੇ ਆਂਦਾ ਕਿ ਭਾਈਆ ਉਹ ਬੰਦਾ ਜਿਹੜਾ ਨਸ ਗਿਆ ਮੇਰੇ ਕੋਲੋਂ 13 ਕਰੋੜ ਰੁਪਈਆ ਲੈ ਕੇ। ਕਹਿੰਦਾ ਮੈਂ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ, ਤੂੰ 13 ਕਰੋੜ ਉਹਨੂੰ ਇਕੱਠਾ ਦੇ। ਇਹ ਭਾਈ ਬੰਦਾ ਬੜਾ ਚੰਗਾ ਸੀ, ਮੇਰੇ ਇਤਮਾਦ ਵਾਲਾ ਸੀ ਤੇ ਜਗ੍ਹਾ ਬੜੀ ਉਹ ਆਖਦਾ ਸੀ ਅਗਰ ਉਹ ਜਗ੍ਹਾ ਸਾਨੂੰ ਲੱਭਦੀ ਤੇ 20 ਕਰੋੜ ਦੀ ਵੀ ਅਸੀਂ ਵੇਚਦੇ ਤੇ ਵਿਕ ਜੇ ਯਾਰ। ਲੇਕਿਨ ਉਹਨੇ ਪੈਸੇ ਲੈ ਕੇ ਉਹਨੇ ਆਪਣਾ ਫੋਨ ਬੰਦ ਕਰ ਦਿੱਤਾ। ਕਹਿੰਦਾ ਮੈਂ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਯਾਰ, ਤੂੰ ਦਾਅ ਲਵਾ ਲਿਆ। ਇਹ ਭਾਈ ਮੇਰੇ ਨਾਲ ਦਾਅ ਲੱਗ ਗਿਆ। ਕਹਿੰਦਾ ਕੋਈ ਮੇਰੇ ਵੀ ਅੱਗੇ ਪਿੱਛੇ ਰਾਬਤੇ ਅਸੀਂ, ਮੈਂ ਉਹਨਾਂ ਨਾਲ ਰਾਬਤਾ ਕੀਤਾ ਕਿ ਯਾਰ ਇਸ ਤਰ੍ਹਾਂ ਇਹ ਗੱਲ ਪਿਆ ਆਖਦਾ। ਕਹਿੰਦਾ ਕੋਈ ਯਾਰੀ ਦੋਸਤੀ ਤੇ ਸਾਈਡ ਤੇ ਰਹਿ ਗਈ, ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਇਹਨੇ ਕਿਤੇ ਸਾਈਡੇ ਲਾ ਦਿੱਤੀ। ਕਹਿੰਦਾ ਮੈਨੂੰ ਜਿਹਦੇ ਨਾਲ ਮੈਂ ਗੱਲ ਕੀ, ਉਹਨੇ ਕਿਹਾ ਬਾਬਾ ਤੂੰ ਪਾਕਿਸਤਾਨ ਆ ਫਿਰ ਇਹਦੇ ਨਾਲ ਗੱਲ ਕਰਨੇ ਆ। ਕਹਿੰਦਾ ਮੈਂ ਪਾਕਿਸਤਾਨ ਆਇਆ, ਇਹਦੇ ਨਾਲ ਆ ਕੇ ਗੱਲ ਕੀਤੀ। ਕਹਿੰਦਾ ਇਹ ਆ ਕੇ ਫਲਾਣਾ ਬੰਦਾ ਫਲਾਣਾ। ਉਹਨਾਂ ਕਿਹਾ ਜੀ ਬੰਦਾ ਦੱਸ, ਬੰਦਾ ਕਿਹੜਾ, ਅਸੀਂ ਪੈਸੇ ਲੈ ਲਾਂਗੇ। ਕਹਿੰਦਾ ਉਹ ਬੰਦਾ ਸਿੱਧੇ ਰਾਹ ਦੱਸਦੇ ਹੀ ਨਹੀਂ ਸੀ ਕਿ ਬੰਦਾ ਕਿਹੜਾ। ਕਹਿੰਦਾ ਇੱਕ ਫੋਨ ਨੰਬਰ ਦਿੰਦਾ ਸੀ, ਕਹਿੰਦਾ ਇਹਦੇ ਤੇ ਰਾਬਤਾ ਕਰ ਰਿਹਾ, ਫੋਨ ਬੰਦ ਹੈ। ਕਹਿੰਦਾ ਅੱਗੂ ਜਿਹੜਾ ਹੋਰ ਕਿਸੇ ਪਾਸੇ ਗੱਲ ਹੀ ਨਹੀਂ ਸੀ ਜਾ ਰਹੀ। ਕਹਿੰਦਾ ਮੇਰੇ ਦੂਸਰੇ ਬੰਦੇ ਜੋ ਉਹਨਾਂ ਕਿਹਾ ਗੱਲ ਸੁਣ, ਇਹ ਪੈਸੇ ਤੇਰੇ ਸਾਰੇ ਖਾ ਗਿਆ, ਇਹ ਲੰਮੇ ਚੱਕਰਾਂ ਜਿਹਨੇ ਲੰਮਾ ਹੱਥ ਮਾਰ ਲਿਆ, ਲਾਲਚ ਆ ਗਿਆ। ਕਹਿੰਦਾ ਮੈਂ ਉਹਨੂੰ ਆਖਿਆ ਯਾਰ ਗੱਲ ਸੁਣ, ਮੈਂ ਤੇਰੇ ਤੇ ਬੜੀਆਂ ਨੇਕੀਆਂ ਕੀਤੀਆਂ ਨੇ, ਮਿਹਰਬਾਨੀ ਕਰ ਜਾਂ ਉਹ ਬੰਦਾ ਪੇਸ਼ ਕਰ ਤੇ ਜਾਂ ਮੈਨੂੰ ਫਿਰ ਪੈਸੇ ਦੇ। ਕਹਿੰਦਾ ਜੀ ਪੈਸੇ ਤੇ ਮੇਰੇ ਕੋਲ ਕੋਈ ਨਹੀਂ ਹੈ, ਉਹ ਬੰਦਾ ਲੈ ਕੇ ਨਸ ਗਿਆ। ਕਹਿੰਦਾ ਅੱਗੂ ਮੈਂ ਦੂਜੇ ਬੰਦਿਆਂ ਦੀ ਜ਼ਿੰਮੇਦਾਰੀ ਲਈ। ਉਹਨਾਂ ਆਖਿਆ ਭਾਈ ਗੱਲ ਸੁਣ, ਮਹੀਨੇ ਦੇ ਅੰਦਰ ਅੰਦਰ ਸਾਨੂੰ ਪੈਸੇ ਨਾ ਦਿੱਤੀ ਹੂੰ ਤੇ ਅਸੀਂ ਤੈਨੂੰ ਨਹੀਂ ਛੱਡਣਾ, ਤੈਨੂੰ ਚੁੱਕ ਕੇ ਲੈ ਜਾਣਾ ਤੇ ਜਾ ਕੇ ਤੈਨੂੰ ਕੁੱਟਣਾ ਤੇ ਤੂੰ ਆਪੇ ਮੰਨ ਜਾਣਾ। ਕਹਿੰਦਾ ਇਸ ਲਈ ਆਖਿਆ, ਕਹਿੰਦਾ ਮੈਂ ਤੇ ਵਾਪਸ ਆ ਗਿਆ। ਕਹਿੰਦਾ ਜੋ ਹੀ ਮੈਂ ਵਾਪਸ ਆਇਆ ਤੇ ਇਹਦੇ ਕੋਲ ਗੱਡੀ ਵੀ ਆਪਣੀ ਸੀ। ਕਹਿੰਦਾ ਇਹ ਟੁਰ ਗਿਆ ਉੱਥੇ ਦਰਿਆ ਤੇ, ਉੱਥੇ ਜਾ ਕੇ ਨੇ ਵੀਡੀਓ ਬਣਾਈ ਕਿ ਇਸ ਤਰ੍ਹਾਂ ਜਿਹੜਾ ਮੈਂ ਖੁਦਕੁਸ਼ੀ ਕਰਨ ਲੱਗਾ ਕਿ ਮੇਰੇ ਕੋਲੋਂ ਪੈਸੇ ਨਹੀਂ ਦੇਣ ਹੁੰਦੇ, ਮੇਰੇ ਆਪਣੇ ਯਾਰ ਦੋਸਤ ਦੇ ਮੇਰੇ ਨਾਲ ਜਿਹੜਾ ਫਰਾਡ ਹੋ ਗਿਆ ਤੇ ਮੈਂ ਜਿਹੜਾ ਆਪਣੇ ਯਾਰ ਤੋਂ ਮਾਫੀ ਚਾਹਨਾ। ਕਹਿੰਦਾ ਉਹਨੇ ਵੀਡੀਓ ਜਿਹੜਾ ਉਹ ਤੂੰ ਸ਼ਰਟ ਲਾਈ ਜਿਹੜੀ ਹੈ ਕਹਿੰਦਾ ਲਾ ਕੇ ਤੇ ਛਾਲ ਮਾਰਨ ਦਾ ਜਿਹੜਾ ਨਾ ਉਹਨੇ ਕੋਨਾ ਦੱਸਿਆ। ਕਹਿੰਦਾ ਇੱਥੋਂ ਤਾਂ ਵੀਡੀਓ ਬਣਾ ਕੇ ਨਾ ਤੇ ਉਹਨੇ ਗੱਡੀ 'ਚ ਰੱਖ ਦਿੱਤਾ ਜਿਹੜਾ ਨਾ ਫੋਨ। ਕਹਿੰਦਾ ਆਪੂ ਪਤਾ ਨਹੀਂ ਕਿੱਧਰ ਗਿਆ। ਕਹਿੰਦਾ ਜਿਸ ਵੇਲੇ ਫਿਰ ਪਤਾ ਲੱਗਾ ਅੱਗੇ ਪਿੱਛੇ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਿਸੇ ਖੁਦਕੁਸ਼ੀ ਕੀਤੀ ਹੈ, ਵੀਡੀਓ ਵੀ ਅੱਗੇ ਪਿੱਛੇ ਗਈ ਸੀ। ਕਹਿੰਦਾ ਉਹਨਾਂ ਇਸ ਵੇਲੇ ਦਰਿਆ 'ਚ ਅੱਗੂ ਚੈੱਕ ਕਰਨਾ ਸ਼ੁਰੂ ਕੀਤਾ ਤੇ ਕਹਿੰਦਾ ਉੱਥੋਂ ਜਿਹੜਾ ਨਾ ਇੱਕ ਲਾਸ਼ ਬੜੀ ਪੁਰਾਣੀ ਨਿਕਲੀ। ਕਹਿੰਦਾ ਲਾਸ਼ ਨਿਕਲੀ ਤਾਂ ਜਿਸ ਵੇਲੇ ਘਰ ਲੈ ਕੇ ਆਏ ਤੇ ਇਹਦੇ ਘਰਦਿਆਂ ਨੇ ਬਿਲਕੁਲ ਸਾਡੇ ਮੁੰਡੇ ਦੀ ਇਹ ਹੀ ਉਹਨੇ ਕੱਪੜੇ ਪਾਏ ਸੀ। ਕਹਿੰਦਾ ਇਸ ਤਰ੍ਹਾਂ ਸਾਰਿਆਂ ਨੂੰ ਪਤਾ ਲੱਗ ਗਿਆ। ਕਹਿੰਦਾ ਮੈਨੂੰ ਬੜਾ ਦੁੱਖ ਹੋਇਆ ਕਿ ਚਲੋ ਮੇਰਾ ਤੇ ਪੈਸਾ ਗਿਆ ਹੀ ਸੀ ਲੇਕਿਨ ਇਹਨੇ ਆਪਣੀ ਜਾਨ ਗਵਾ ਦਿੱਤੀ ਹੈ, ਇਹ ਵਾਕਈ ਬੇਕਸੂਰ
ਮਜਬੂਰ ਸੀ। ਕਹਿੰਦਾ ਬਹਰਹਾਲ ਅਸੀਂ ਸਾਰੇ ਚੁੱਪ ਕਰ ਗਏ। ਅੱਗੋਂ ਕਹਿੰਦਾ ਮੈਂ ਉਹਦੇ ਘਰਦਿਆਂ ਨੂੰ ਹੋਰ ਵੀ ਥੋੜੇ ਬਹੁਤ ਪੈਸੇ ਦਿੱਤੇ। ਉਹਨੇ ਆਖਿਆ ਪੁੱਤਰ ਉਹ ਬੜਾ ਹੀ ਸੱਚਾ ਸੀ, ਬੜਾ ਪਿਆਰ ਤੇਰੇ ਨਾਲ ਕਰਦਾ, ਤੂੰ ਤੇ ਉਹਨੂੰ ਬਣਾ ਦਿੱਤਾ ਸੀ, ਅੱਗੋਂ ਜਿਹੜਾ ਉਹ ਦੁਨੀਆ ਤੋਂ ਜਾਂਦਾ ਰਿਹਾ। ਕਹਿੰਦਾ ਬਹਰਹਾਲ ਉਹਨਾਂ ਜਨਾਬ ਇੰਜ ਕੀਤਾ, ਉਹਨੂੰ ਦਫਨਾ ਵੀ ਦਿੱਤਾ। ਤੇ ਕਹਿੰਦਾ ਘਰ ਦੇ ਵੀ ਸਾਰੇ ਪਰੇਸ਼ਾਨ ਕਿ ਸਾਡਾ ਕੱਲਾ ਕੱਲਾ ਪੁੱਤਰ ਜਾਂਦਾ ਰਿਹਾ। ਪਰ ਕਹਿੰਦਾ ਕੋਈ 2-4 ਮਹੀਨੇ ਗੁਜ਼ਰੇ ਨਾ ਜਿਸ ਵੇਲੇ, ਕਹਿੰਦਾ ਮੈਨੂੰ ਇੱਕ ਮੁੰਡੇ ਨੇ ਦੱਸਿਆ ਕਿ ਯਾਰ ਇਹਦੇ ਘਰ ਦੇ ਤੇ ਬੜੇ ਮੁਤਮਿਨ ਨੇ, ਠੀਕ ਠਾਕ ਨੇ, ਇਹ ਲੱਗਦਾ ਨਹੀਂ ਕਿ ਇਹਨਾਂ ਦਾ ਮੁੰਡਾ ਮਰਿਆ ਹੈ, ਇਹ ਕੋਈ ਹੋਰ ਹੀ ਗੇਮ ਹੈ। ਕਹਿੰਦਾ ਮੈਂ ਕਿਹਾ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ, ਲਾਸ਼ ਵੀ ਘਰ ਆਈ ਹੈ, ਦਫਨਾ ਵੀ ਦਿੱਤਿਆਂ ਨੇ, ਉਹਦੀ ਕਬਰ ਵੀ ਹੈ। ਉਹਨੇ ਆਖਿਆ ਨਾ ਯਾਰ ਇੰਜ ਦੀ ਗੱਲ ਨਹੀਂ ਹੋਇਆ, ਤੂੰ ਇੱਕ ਵਾਰੀ ਫਿਰ ਪੁਲਿਸ ਨਾਲ ਗੱਲ ਕਰ, ਜ਼ਰੂਰ ਕੋਈ ਨਾ ਕੋਈ ਗੱਲ ਨਿਕਲੇਗੀ। ਕਹਿੰਦਾ ਫਿਰ ਜਿਸਲੇ ਮੈਂ ਬੰਦੇ ਨਾਲ ਗੱਲ ਕੀਤੀ ਕਿ ਯਾਰ ਪੁਲਿਸ ਨਾਲ ਜਾ ਕੇ ਗੱਲ ਤੇ ਕਰ, ਕਹਿੰਦਾ ਜਿਸਲੇ ਪੁਲਿਸ ਨਾਲ ਜਾ ਕੇ ਗੱਲ ਕੀਤੀ, ਪੁਲਿਸ ਨੇ ਦੁਬਾਰਾ ਇਨਕੁਆਇਰੀ ਕਰਨੀ ਸ਼ੁਰੂ ਕੀਤੀ। ਕਹਿੰਦਾ ਜਿਸਲੇ ਇਨਕੁਆਇਰੀ ਕੀਤੀ ਤੇ ਪੁਲਿਸ ਨੇ ਤੱਕਿਆ ਇਹਦੇ ਘਰ ਜਿਹੜਾ ਫੋਨ ਤੇ ਰਾਬਤੇ ਹੋਏ ਸੀ, ਕਹਿੰਦਾ ਉਹਨਾਂ ਨੂੰ ਪਤਾ ਲੱਗਾ ਇਹਦੀ ਲੋਕੇਸ਼ਨ ਦਾ, ਉਹ ਸਰਗੋਧੇ ਬੈਠੇ ਆ ਸੀ। ਕਹਿੰਦਾ ਜਿਸਲੇ ਜਾ ਕੇ ਉੱਥੇ ਛਾਪਾ ਮਾਰਿਆ, ਕਹਿੰਦਾ ਉੱਥੋਂ ਉਹ ਬਰਾਮਦ ਹੋ ਗਿਆ। ਇਹ ਤੇ ਉੱਥੇ ਬੜੇ ਆਰਾਮ ਸਕੂਨ ਨਾਲ ਰਹਿ ਰਿਹਾ ਸੀ। ਕਹਿੰਦਾ ਪੁਲਿਸ ਨੇ ਜਿਸਲੇ ਫੜ ਕੇ ਲਿਆਂਦਾ ਥਾਣੇ, ਕਹਿੰਦਾ ਜਿਸਲੇ ਉਹ ਮੈਨੂੰ ਕਾਲ ਕੀਤੀ, ਲੋ ਜੀ ਇਹ ਬੰਦਾ ਤੇ ਬਰਾਮਦ ਹੋ ਗਿਆ, ਹੈ ਵੀ ਜ਼ਿੰਦਾ ਹੈ। ਕਹਿੰਦਾ ਜਿਸਲੇ ਸਾਰੀ ਗੱਲਬਾਤ ਉਹਦੇ ਕੋਲ ਪੁੱਛੀ, ਉਹਨੇ ਆਖਿਆ ਜੀ ਗੱਲ ਸੁਣੋ, ਇਸ ਟਾਈਮ ਮੇਰੇ ਕੋਲ 6 ਤੋਂ 7 ਕਰੋੜ ਰੁਪਈਆ ਹੈ, ਬਾਕੀ ਜਿਹੜਾ ਨਾ ਉਹ ਮੈਂ ਕਿਤੇ ਅੱਗੇ ਪਿੱਛੇ ਲਾ ਦਿੱਤੇ, ਉਹ ਮੇਰੇ ਕੋਲ ਪੈਸੇ ਨਹੀਂ ਹੈ। ਕਹਿੰਦਾ ਉਹਨਾਂ ਜਿਹੜਾ 6-7 ਕਰੋੜ ਰੁਪਈਆ ਨਾ ਉਹਦੇ ਕੋਲੋਂ ਬਰਾਮਦ ਕਰਾਇਆ। ਕਹਿੰਦਾ ਬਰਾਮਦ ਕਰਾ ਕੇ ਕਹਿੰਦਾ ਮੈਨੂੰ ਦਿੱਤੀ ਉਹਨੇ ਕਿ ਇਹ ਪੈਸੇ ਲੱਭੇ ਨਹੀਂ, ਬਾਕੀ ਤੇ ਕੋਈ ਨਹੀਂ ਲੱਭੇ। ਕਹਿੰਦਾ ਮੈਂ ਤੇ ਯਾਰ ਬੜਾ ਹੀ ਹੈਰਾਨ ਹੋਇਆ ਕਿ ਮੈਂ ਇਸ ਬੰਦੇ ਨੂੰ ਕਿੱਥੋਂ ਤੇ ਕਿੱਥੇ ਪਹੁੰਚਾ ਦਿੱਤਾ, ਇਸ ਬੰਦੇ ਨੇ ਇੰਨਾ ਮੇਰੇ ਨਾਲ ਦਾ ਲਾ ਦਿੱਤਾ। ਕਹਿੰਦਾ ਮੇਰੇ ਵਾਸਤੇ ਬੜੀ ਪਰੇਸ਼ਾਨੀ ਦੀ ਗੱਲ ਸੀ। ਕਹਿੰਦਾ ਬਹਰਹਾਲ ਉਹ ਤੇ ਅੰਦਰ ਹੋ ਗਿਆ ਫਰਾਡ ਦੇ ਚੱਕਰ 'ਚ। ਕਹਿੰਦਾ ਮੈਨੂੰ ਇੱਕ ਗੱਲ ਦਾ ਹੋ ਗਿਆ ਕਿ ਜਿਹੜਾ ਬੰਦਾ ਗਰੀਬ ਆ ਉਹਨੂੰ ਗਰੀਬ ਹੀ ਰਹਿਣ ਦਿਓ, ਕਿੰਨੀ ਕੁ ਉਹਦੀ ਮਦਦ ਕਰਨੀ। ਕਹਿੰਦਾ ਥੋੜੀ ਬਹੁਤ ਕਰਨਾ ਹੋਰ ਚੀਜ਼ ਹੈ, ਆਪਣਾ ਪੈਸਾ ਸਾਰੀ ਜ਼ਿੰਦਗੀ ਦਾ ਕਮਾਇਆ ਪਰਦੇਸ ਦਾ ਉਹਦੇ ਤੇ ਲਾ ਦੇਣਾ ਕਹਿੰਦਾ ਸਭ ਤੋਂ ਵੱਡੀ ਬੇਵਕੂਫੀ ਹੈ। ਇਸ ਤਰ੍ਹਾਂ ਦੀ ਬੇਵਕੂਫੀ ਕਹਿੰਦਾ ਨਹੀਂ ਕਰਨੀ ਚਾਹੀਦੀ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ ਯਾਰ, ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿੰਦੇ ਹੋ ਤੇ ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਕੋਸ਼ਿਸ਼ ਕਰਿਆ ਕਰੋ, ਲਾਈਕ ਲਾਜ਼ਮੀ ਕਰਿਆ ਕਰੋ, ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰੋ।